ਸਤਿ ਸ਼੍ਰੀ ਅਕਾਲ ਦਰਸ਼ਕੋ। ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਲੱਗਦੀ ਹੈ ਕਿ ਜਿਹੜਾ ਗੋਰਿਆਂ ਦਾ ਫਰੰਗੀਆਂ ਦਾ ਸਾਡੇ ਦੇਸ਼ ਉੱਤੇ ਰਾਜ ਰਿਹਾ ਵਾ ਉਹ ਕਾਫੀ ਚੰਗੀ ਗੱਲ ਸੀ ਕਿ ਉਹਨਾਂ ਨੇ ਕਾਫੀ ਚੰਗੇ ਕੰਮ ਕੀਤੇ। ਸੋ ਅਸੀਂ ਕਿ ਲੜੀਵਾਰ ਵੀਡੀਓ ਸੀਰੀਜ਼ ਕੱਢਣ ਲੱਗੇ ਆ ਜਿਹਦੇ 'ਚ ਅਸੀਂ ਦੱਸਾਂਗੇ ਕਿ ਉਹਨਾਂ ਨੇ ਕਿਹੜੇ ਚੰਗੇ ਕੰਮ ਕੀਤੇ, ਇਹਨਾਂ ਦੇ ਕਰਤੂਤਾਂ 'ਚ ਚਾਨਣਾ ਪਾਵਾਂਗੇ। ਸੋ ਇਸ ਵੀਡੀਓ 'ਚ ਅਸੀਂ ਗੱਲ ਕਰਾਂਗੇ ਚਾਬੀਆਂ ਦੇ ਮੋਰਚੇ ਦੀ। ਕੀ ਸੀ ਚਾਬੀਆਂ ਦਾ ਮੋਰਚਾ ਤੇ ਕਿਉਂ ਲਾਉਣਾ ਪਿਆ? ਸ਼ੁਰੂ ਕਰਦੇ ਹਾਂ ਜੀ ਵੀਡੀਓ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਵਾ ਪੰਜਾਬ ਦੇ ਵਿੱਚੋਂ, ਸੋ ਪੋਲੀਟੀਕਲ ਤੌਰ ਤੇ ਚਲੋ ਅਸੀਂ ਘਾਟਾ ਖਾਦਾ ਵਾ, ਅਸੀਂ ਧਾਰਮਿਕ ਤੌਰ ਤੇ ਬੜੇ ਘਾਟੇ ਖਾਦੇ ਹੋ, ਕਿਉਂਕਿ ਸਾਡਾ ਰਾਜ ਤੇ ਸਾਡਾ ਧਰਮ ਇਕੱਠੇ ਚੱਲਦੇ ਸੀ। ਸਾਡੀ ਮਹਾਰਾਣੀ ਜਿੰਦ ਕੌਰ ਨੂੰ ਦੇਸ਼ ਨਿਕਾਲਾ ਮਿਲ ਗਿਆ, ਉਹ ਨੇਪਾਲ ਜਾ ਕੇ ਰਿਫਿਊਜੀ ਰਹੇ ਆ। ਜਿਹੜੇ ਉਹਨਾਂ ਦੇ ਵਿੱਚ ਬੇਟੇ ਸੀ ਜਿਨ੍ਹਾਂ ਨੇ ਗਾਂਹ ਜਾ ਕੇ ਰਾਜ ਸੰਭਾਲਣਾ ਸੀ, ਉਹਨਾਂ ਨੂੰ ਵਾਰੀ ਕਰਕੇ ਪਹਿਲਾਂ ਮਰਵਾਤਾ ਸਾਰੇ। ਜਿਹੜੇ ਇੱਕ ਬਚਿਆ ਸੀ ਉਹਨੂੰ ਰਾਣੀ ਇੰਗਲੈਂਡ ਲੈ ਗਈ। ਸੋ ਕਾਫੀ ਜਿਹੜਾ ਇਹਨਾਂ ਨੇ ਕੰਟਰੋਲ ਆਪਣੇ ਹੱਥ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਆ, ਤੇ ਇਸੇ ਤਰੀਕੇ ਨਾਲ ਹੀ ਜਿਹੜੇ ਗੋਰਿਆਂ ਨੇ ਫਰੰਗੀਆਂ ਨੇ ਸਾਡੇ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਇਸ ਤੋਂ ਬਾਅਦ ਜਿਹੜੇ ਇਹਨਾਂ ਨੇ ਗੋਰਿਆਂ ਨੇ ਆਪਣੇ ਕ੍ਰਿਸਚਨ ਮਿਸ਼ਨਰੀ ਛੱਡੇ ਸਾਰੇ ਪੰਜਾਬ ਦੇ ਵਿੱਚ, ਜਿਹੜੇ ਥਾਵਾਂ ਜਾ ਕੇ ਪ੍ਰਚਾਰ ਕਰਦੇ ਸੀ। ਉਹਨਾਂ ਦਾ ਮੁੱਖ ਮਕਸਦ ਸੀ ਵੀ ਸਿੱਖਾਂ ਨੂੰ ਕ੍ਰਿਸਚਨ ਬਣਾਉਣਾ। ਸੋ ਅੱਜ ਵੀ ਕੰਮ ਚੱਲਣ ਦਿਆ ਵਾ, ਅੱਜ ਵੀ ਰੁਕਿਆ ਨਹੀਂ ਆ। ਪਹਿਲਾਂ ਚਲੋ ਨੌਕਰੀਆਂ ਦਾ ਲਾਲਚ ਦਿੰਦੇ ਸੀ, ਥੋੜਾ ਅਹੁਦਿਆਂ ਦਾ ਲਾਲਚ ਦਿੰਦੇ ਸੀ, ਸਾਡੀ ਪ੍ਰਮੋਸ਼ਨ ਹੋ ਜੂਗੀ। ਅੱਜ ਇਹ ਪੈਸੇ ਦਾ ਲਾਲਚ ਦਿੰਦੇ ਆ, ਤੁਹਾਨੂੰ ਤੁਹਾਡਾ ਇਲਾਜ ਫ੍ਰੀ ਕੀਤਾ ਜਾਊਗਾ, ਤੁਹਾਡੀ ਪੜ੍ਹਾਈ ਫ੍ਰੀ ਕੀਤੀ ਜਾਊਗੀ ਬੱਚਿਆਂ ਦੀ। ਸੋ ਇਹਨਾਂ ਦਾ ਕੰਮ ਅੱਜ ਵੀ ਜਾਰੀ ਆ। ਇਸ ਤੋਂ ਇਲਾਵਾ ਜਿਹੜੇ ਆਰਿਆ ਸਮਾਜ ਵਾਲੇ ਸੀ, ਆਰਿਆ ਸਮਾਜ ਦਾ ਕਾਫੀ ਪ੍ਰਭਾਵ ਸੀ ਪੰਜਾਬ ਦੇ ਵਿੱਚ। ਜਿਸ ਤਰ੍ਹਾਂ ਕਿ ਜਿਹੜਾ ਭਗਤ ਸਿੰਘ ਦਾ ਪਰਿਵਾਰ ਹੈ ਉਹ ਵੀ ਆਰਿਆ ਸਮਾਜ ਨਾਲ ਹੀ ਸੰਬੰਧ ਰੱਖਦੇ ਸੀ। ਸੋ ਉਹਨਾਂ ਦਾ ਕੀ ਸੀ ਵੀ ਉਹ ਜਿਹੜਾ ਬ੍ਰਾਹਮਣਵਾਦੀ ਨੀਤੀਆਂ ਸੀ, ਮੂਰਤੀ ਪੂਜਾ ਤੇ ਇਹੋ ਜਿਹੀ ਜਿਹੜੀ ਚੀਜ਼ਾਂ ਸੀ, ਉਹ ਸਿੱਖਾਂ ਵਿੱਚ ਹੌਲੀ ਵੜੀ ਜਾਂਦੀਆਂ ਸੀ। ਸੋ ਇਸ ਚੀਜ਼ ਦਾ ਟਾਕਰਾ ਕਰਨ ਵਾਸਤੇ ਸਿੱਖ ਬੁੱਧੀਜੀਵੀਆਂ ਨੇ ਸਿੰਘ ਸਭਾ ਲਹਿਰ ਚਲਾਈ। ਸੋ ਵੈਸੇ ਸਿੰਘ ਸਭਾ ਲਹਿਰ ਦਾ ਜਿਹੜਾ ਇਤਿਹਾਸ ਹੈ ਉਹ ਇੱਕ ਵੱਖਰਾ ਟੌਪਿਕ ਆਪਾਂ ਬਣਾ ਸਕਦੇ ਵੀਡੀਓ ਉੱਤੇ, ਪਰ ਇੱਥੇ ਉਸ ਲਹਿਰ ਦੇ ਵਿੱਚ ਉੱਭਰ ਕੇ ਆਈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸੋ 1920 ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਬਣਨ ਤੋਂ ਬਾਅਦ ਸਾਰਾ ਪ੍ਰਬੰਧ ਗੁਰਦੁਆਰਾ ਦਾ ਸ਼੍ਰੋਮਣੀ ਕਮੇਟੀ ਹੋਣਾ ਚਾਹੀਦਾ ਹੈ। ਪਰ ਗੋਰੀ ਸਰਕਾਰ ਜਿਹੜੀ ਫਰੰਗੀਆਂ ਦੀ ਸਰਕਾਰ ਨਹੀਂ ਸੀ ਚਾਹੁੰਦੀ ਵੀ ਸਿੱਖਾਂ ਨੂੰ ਉਹਨਾਂ ਦੇ ਗੁਰਦੁਆਰਾ ਦਾ ਪ੍ਰਬੰਧ ਸੌਂਪਿਆ ਜਾਵੇ। ਜਿਹੜੇ ਗੋਰਿਆਂ ਨੇ ਚਿੱਠੀਆਂ ਪਾਈਆਂ ਸੀ ਇੰਗਲੈਂਡ ਦੇ ਵਿੱਚ ਉਸ ਸਮੇਂ, ਉਹ ਚਿੱਠੀਆਂ ਅੱਜ ਵੀ ਇੰਗਲੈਂਡ ਪਈਆਂ, ਤੁਸੀਂ ਵੇਖ ਸਕਦੇ ਜੇ। ਉਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਵੀ ਜਿਹੜਾ ਸਿੱਖ ਸ਼ਰਾਈਨਸ ਆਰ ਸਟੇਟਸ ਵਿਦਿਨ ਸਟੇਟ, ਕਿ ਜਿਹੜੇ ਸਿੱਖਾਂ ਦੇ ਗੁਰਦੁਆਰੇ ਆ ਉਹ ਸਟੇਟ ਦੇ ਵਿੱਚ ਇੱਕ ਸਟੇਟ ਆ, ਰਾਜ ਦੇ ਵਿੱਚ ਇੱਕ ਵੱਖਰੇ ਰਾਜ ਦੀ ਸਥਾਪਨਾ ਵਾ। ਜਿਹੜੇ ਆਪਾਂ ਨਿਸ਼ਾਨ ਸਾਹਿਬ ਲਾਉਂਦੇ ਆ, ਇੱਕ ਰਾਜ ਦਾ ਪ੍ਰਤੀਕ ਆ। ਗੁਰੂ ਗ੍ਰੰਥ ਸਾਹਿਬ ਉੱਤੇ ਚੌਰ ਸਾਹਿਬ ਹੁੰਦਾ ਵਾ, ਚੰਦੋਆ ਲੱਗਦਾ, ਉਹ ਬਾਦਸ਼ਾਹ ਦਾ ਪ੍ਰਤੀਕ ਹੁੰਦਾ, ਰਾਜ ਦੀ ਨਿਸ਼ਾਨੀ ਹੁੰਦੀ ਆ। ਉਹ ਤਖਤ ਤੇ ਅਸੀਂ ਅਕਾਲ ਤਖਤ ਜਿਹੜਾ ਬਣਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਉਹ ਹੈਗਾ ਹੀ ਦਿੱਲੀ ਦੇ ਤਖਤ ਥੋੜਾ ਉੱਚਾ ਬਣਾਇਆ ਸੀ ਵੀ ਦੱਸਣ ਵਾਸਤੇ ਕਿ ਜਿਹੜਾ ਪ੍ਰਮਾਤਮਾ ਦੀ ਦਰਗਾਹ ਵਾ, ਪ੍ਰਮਾਤਮਾ ਦਾ ਘਰ ਆ, ਉਹ ਦੁਨਿਆਵੀ ਤਖਤ ਤੋਂ ਉੱਚਾ ਵਾ। ਸੋ ਉਹਨਾਂ ਗੋਰਿਆਂ ਨੇ ਇਹ ਚੀਜ਼ ਸਮਝੀ ਤੇ ਉਹ ਨਹੀਂ ਸੀ ਚਾਹੁੰਦੇ ਵੀ ਸਿੱਖਾਂ ਨੂੰ ਕੰਟਰੋਲ ਦਿੱਤਾ ਜਾਵੇ ਗੁਰਦੁਆਰਿਆਂ ਦਾ। ਸੋ ਉਹਨਾਂ ਨੇ ਆਪਣਾ ਕੰਟਰੋਲਰ ਯਾਨੀ ਕਿ ਸਰਬਰਾ ਥਾਪਿਆ ਕਮੇਟੀ ਦੇ ਉੱਤੇ ਇੱਕ ਆਪਣਾ ਸਰਬਰਾ ਥਾਪਤਾ। ਉਹਦਾ ਜਿਹੜਾ ਬੰਦਾ ਸੀ ਉਹ ਹੈਗਾ ਸਿੱਖ ਹੀ ਸੀ, ਸਿੱਖ ਸਰੂਪ ਆਪਾਂ ਕਹਿ ਸਕਦੇ, ਪਰ ਸਿੱਖੀ ਵਾਲੀ ਗੱਲ ਇਹਦੇ ਵਿੱਚ ਹੈ ਕੋਈ ਨਹੀਂ ਸੀ। ਪਹਿਲਾ ਸਰਬਰਾ ਥਾਪਿਆ ਇਹਨਾਂ ਨੇ ਸੁੰਦਰ ਸਿੰਘ ਮਜੀਠੀਆ, ਜੋ ਅੱਜ ਕੀ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਅਕਾਲੀ ਦਲ ਦਾ MLA ਆ, ਉਹਦਾ ਪੜਦਾਦਾ ਲੱਗਦਾ। ਇਸੇ ਸੁੰਦਰ ਸਿੰਘ ਮਜੀਠੀਆ ਨੇ 1919 ਦੇ ਵਿੱਚ ਜਨਰਲ ਡਾਇਰ ਨੂੰ ਸਰੂਪਾ ਵੀ ਦਿੱਤਾ ਸੀ ਤੇ ਉਹਨੂੰ ਸਨਮਾਨਿਤ ਕੀਤਾ ਵੀ ਤੁਸੀਂ ਬੜਾ ਚੰਗਾ ਕੰਮ ਕਰਕੇ ਆਏ ਜੇ ਸਾਡੇ ਸਿੱਖਾਂ ਨੂੰ ਤੇ ਬਾਕੀ ਲੋਕਾਂ ਨੂੰ, ਪੰਜਾਬ ਦੇ ਨੂੰ ਕਤਲ ਕੀਤਾ ਜਿਹੜਾ, ਤੇ ਉਹਨਾਂ ਨੂੰ ਆਪਣੇ ਘਰ ਰੋਟੀ ਵੀ ਖਵਾਈ। ਸੋ 1921 ਦੇ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਬਣੀ ਨੂੰ 1 ਸਾਲ ਪੂਰਾ ਹੋ ਗਿਆ, ਉਹਨਾਂ ਨੇ ਸੋਚਿਆ ਵੀ ਜਿਹੜਾ ਇਹ ਸਰਬਰਾ ਹੈ ਤੇ ਸਰਕਾਰੀ ਬੰਦਾ ਵਾ, ਇਹ ਸਰਕਾਰ ਤੋਂ ਠੋਕਿਆ ਬੰਦਾ ਵਾ ਤੇ ਸਰਕਾਰ ਦੇ ਹੱਕ ਦੀ ਗੱਲ ਕਰਦਾ। ਤੇ ਉਹਨਾਂ ਦੇ ਮਨ 'ਚ ਆਇਆ ਵੀ ਜਿਹੜਾ ਇਹਦੇ ਕੋਲ ਚਾਬੀਆਂ ਪਈਆਂ ਵਾ, ਉਸ ਸਮੇਂ ਜਿਹੜਾ ਦਰਬਾਰ ਸਾਹਿਬ ਦੀਆਂ ਚਾਬੀਆਂ ਸੀ ਤੋਸ਼ੇਖਾਨੇ ਦੀਆਂ, ਉਹ ਸਾਰੀਆਂ ਚਾਬੀਆਂ ਸਰਬਰੇ ਕੋਲ ਹੁੰਦੀਆਂ ਸੀ। ਕੰਟਰੋਲਰ ਮੇਨ ਇਹ ਸੀ, ਹੈੱਡ ਸੀ। ਸੋ ਉਹਨਾਂ ਨੇ ਸੋਚਿਆ ਵੀ ਜਿਹੜਾ ਇਹ ਸਿੱਖਾਂ ਕੋਲ ਚਾਬੀਆਂ ਚਾਹੀਦੀਆਂ ਵਾ, ਸਿੱਖ ਪੰਥ ਕੋਲ ਚਾਹੀਦੀਆਂ, ਸ਼੍ਰੋਮਣੀ ਕਮੇਟੀ ਕੋਲ ਚਾਹੀਦੀਆਂ। ਸੋ ਉਹਨਾਂ ਨੇ ਜਾ ਕੇ ਦੱਸਿਆ ਵੀ ਤੂੰ ਜਿਹੜੀ ਚਾਬੀਆਂ ਸਾਨੂੰ ਦੇ। ਪਹਿਲੇ ਤਾਂ ਕੁਛ ਨਾ ਬੋਲਿਆ ਇਹ ਮਜੀਠੀਆ, ਤੇ ਬਾਅਦ ਚੋਂ ਜਾ ਕੇ ਇਹਨੇ ਚੁਗਲੀ ਲਾਤੀ ਗੋਰਿਆਂ ਨੂੰ ਵੀ ਇਸ ਤਰ੍ਹਾਂ ਚਾਬੀਆਂ ਮੰਗਦੇ ਆ। ਸੋ ਉਹਨਾਂ ਨੇ ਇੱਕ ਡਰਾਮਾ ਰਚਿਆ, ਮੈਂ ਤੇ ਡਰਾਮਾ ਹੀ ਕਹੂੰਗਾ ਜੀ। ਪਹਿਲਾਂ ਇਹਨੇ ਆਪ ਜਾ ਕੇ ਦੱਸਤਾ ਤੇ ਬਾਅਦ ਚੋਂ ਇਹਦੇ ਘਰ ਰੇਡ ਪਈ ਆ ਵੀ ਇਹਦੇ ਕੋਲ ਚਾਬੀਆਂ ਖੋ ਕੇ ਲੈ ਗਏ ਆ ਉਹ ਗੋਰੇ। ਉਸ ਸਮੇਂ ਦੇ DC ਨੇ ADCP ਨੂੰ ਕਿਹਾ ਅਮਰਨਾਥ ਨੂੰ, ਤੇ ਉਹ ਇਹਦੇ ਕੋਲ ਚਾਬੀਆਂ ਲੈ ਆਂਦਾ। ਸੋ ਉਹ ਚਾਬੀਆਂ ਬਾਅਦ ਚੋਂ ਗੋਰਿਆਂ ਕੋਲ ਗਈਆਂ ਵਾ ਤੇ ਸਿੱਖਾਂ ਦੇ ਵਿੱਚ ਇੱਕ ਤਹਿਸ਼ ਉੱਠ ਗਈ ਵੀ ਸਾਡੇ ਹਰਮੰਦਰ ਸਾਹਿਬ ਦੀਆਂ ਚਾਬੀਆਂ, ਸਭ ਤੋਂ ਪਵਿੱਤਰ ਸਥਾਨ ਸਾਡਾ ਹੋਵੇ ਤੇ ਕਬਜ਼ਾ ਸਿੱਧੇ ਤੌਰ ਤੇ ਗੋਰੇ ਕਰਕੇ ਬੈਠੇ ਹੋਣ। ਸੋ ਉਹਦੇ ਬਾਅਦ 'ਚ ਇਹਨਾਂ ਨੇ ਚਾਬੀਆਂ ਦਾ ਮੋਰਚਾ ਸ਼ੁਰੂ ਹੁੰਦਾ ਵਾ। ਚਾਬੀਆਂ ਵਾਪਸ ਲੈਣ ਵਾਸਤੇ ਸਿੱਖਾਂ ਨੇ 11 ਨਵੰਬਰ ਨੂੰ ਇੱਕ ਵੱਡਾ ਇਕੱਠ ਕੀਤਾ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਦੇ ਵਿੱਚ 3 ਮਤੇ ਪਾਸ ਕੀਤੇ ਗਏ। ਇੱਕ ਕਿ ਇਹ ਗੋਰਿਆਂ ਨਾਲ ਨਾ ਮਿਲਵਰਤਨ ਰੱਖਿਆ ਜਾਊਗਾ, ਕੋਈ ਮਿਲਣਾ ਵਰਤਨ, ਇਹਨਾਂ ਦਾ ਬੋਲਚਾਲ, ਕੋਈ ਇਹਨਾਂ ਦਾ ਸਰਵਿਸਿਜ਼ ਵਗੈਰਾ ਲੈਣੀਆਂ, ਸਾਰਾ ਰੱਦ ਕੀਤਾ ਜਾਊਗਾ। ਦੂਜੇ ਨੰਬਰ ਤੇ ਸੀ ਕਿ ਵੀ ਜਿਹੜਾ ਚਾਬੀਆਂ ਮਿਲਣ ਤੱਕ ਸੰਘਰਸ਼ ਜਾਰੀ ਰਹੂਗਾ। ਤੇ ਤੀਜਾ ਸੀ ਕਿ ਜਿਹੜਾ ਉਸ ਸਮੇਂ ਪ੍ਰਿੰਸ ਆਫ ਵੇਲਸ ਆਉਣ ਵਾਲਾ ਸੀ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਦੌਰਾ ਸੀ ਉਹਦਾ ਵਿਰੋਧ ਕੀਤਾ ਜਾਊਗਾ। ਇਸ ਤੋਂ ਬਾਅਦ ਗੋਰਿਆਂ ਨੇ ਮਾਮਲਾ ਸ਼ਾਂਤ ਕਰਨ ਵਾਸਤੇ ਤੇ ਥੋੜੀ ਤਸੱਲੀ ਦੇਣ ਵਾਸਤੇ ਉਹ ਪੁਰਾਣਾ ਸਰਬਰਾ ਸੁੰਦਰ ਸਿੰਘ ਮਜੀਠੀਆ ਹਟਾਤਾ ਤੇ ਨਵਾਂ ਸਰਬਰਾ ਕੈਪਟਨ ਬਹਾਦਰ ਸਿੰਘ ਨੂੰ ਥਾਪਤਾ। ਕੈਪਟਨ ਬਹਾਦਰ ਸਿੰਘ ਵੀ ਵੈਸੇ ਨਾਂ ਤੋਂ ਹੀ ਸਪਸ਼ਟ ਹੈ, ਉਹ ਫੌਜ ਦੇ ਵਿੱਚ ਪਹਿਲਾਂ ਕੈਪਟਨ ਰਿਹਾ ਵਾ
ਤੇ ਉਹਨੂੰ ਜਿਸ ਤਰ੍ਹਾਂ ਫੌਜੀਆਂ ਨੂੰ ਹੁੰਦਾ ਵਾ ਹੁਕਮ ਮੰਨਣ ਦੀ ਆਦਤ ਹੁੰਦੀ ਆ, ਤੇ ਉਹਨਾਂ ਨੂੰ ਗੋਰਿਆਂ ਨੂੰ ਲੱਗਦਾ ਸੀ ਵੀ ਇਹ ਸਾਡੇ ਹੁਕਮ ਥੱਲੇ ਰਹੂਗਾ। ਇਸੇ ਕਰਕੇ ਉਹਨੂੰ ਸਿੱਖ ਪੰਥ ਵੱਲੋਂ ਨਕਾਰਾ ਕਰ ਦਿੱਤਾ ਵੀ ਅਸੀਂ ਇਹਨੂੰ ਨਹੀਂ ਮੰਨਦੇ। ਤੇ ਇਸ ਤੋਂ ਬਾਅਦ 15 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੀ। ਉਦੋਂ ਸਿੱਖਾਂ ਨੇ ਫੈਸਲਾ ਕੀਤਾ ਕਿ ਇਸ ਇੱਕ ਰੋਸ ਵਜੋਂ ਅਸੀਂ ਦੀਪਮਾਲਾ ਜਿਹੜੀ ਪ੍ਰਕਾਸ਼ ਪੁਰਬ ਤੇ ਕਰੀ ਦੀ ਉਹ ਨਹੀਂ ਕੀਤੀ ਜਾਏਗੀ। ਉਸ ਤੋਂ ਬਾਅਦ 26 ਨਵੰਬਰ ਨੂੰ ਅਜਨਾਲਾ ਵਿਖੇ ਇੱਕ ਵੱਡਾ ਇਕੱਠ ਕੀਤਾ ਜਾਂਦਾ ਵਾ, ਜਿਹਦੇ ਵਿੱਚ ਫਿਰ ਉਹ ਮਤੇ ਪ੍ਰਚਾਰੇ ਜਾਂਦੇ ਆ, ਸਿੱਖਾਂ ਨੂੰ ਜਾਗਰੂਕ ਕੀਤਾ ਜਾਂਦਾ ਵਾ। ਤੇ ਇਸ ਇਕੱਠ ਨੂੰ ਸਰਕਾਰ, ਗੋਰੀ ਸਰਕਾਰ ਗੈਰ ਕਾਨੂੰਨੀ ਦੱਸਦੀ ਹੈ ਕਿ ਤੁਸੀਂ ਪੋਲੀਟੀਕਲ ਗੱਲਾਂ ਕਰਨ ਦੇ ਜੇ, ਤੁਹਾਨੂੰ ਨਹੀਂ ਅਸੀਂ ਦੇ ਆਗਿਆ ਨਹੀਂ ਦਿੰਦੇ, ਇਸ ਪਰਮਿਸ਼ਨ ਨਹੀਂ ਹੈਗੀ ਤੁਹਾਨੂੰ ਇਹ ਗੱਲਾਂ ਕਰਨ ਦੀ। ਉਹਨੂੰ ਗੈਰ ਕਾਨੂੰਨੀ ਐਲਾਨ ਕੇ ਉੱਥੇ ਵੱਡੇ ਵੱਡੇ ਲੀਡਰਾਂ ਨੂੰ ਚੁੱਕ ਕੇ ਲੈ ਜਾਂਦੀ ਆ। ਤੇ ਜਦੋਂ ਇਸ ਗੱਲ ਦਾ ਪਤਾ ਅਕਾਲ ਤਖ਼ਤ ਸਾਹਿਬ ਤੇ ਪਹੁੰਚਦਾ ਵਾ, ਤੇ ਉੱਥੋਂ ਦੇ ਕਮੇਟੀ ਹੈੱਡ ਉਸ ਟਾਈਮ ਤੇ ਬਾਬਾ ਖੜਕ ਸਿੰਘ ਸੀ। ਬਾਬਾ ਖੜਕ ਸਿੰਘ ਬਾਰੇ ਇਤਿਹਾਸ ਜ਼ਿਕਰ ਆਉਂਦਾ ਕਿ ਉਹ ਸਿੱਖ ਕੌਮ ਦੇ ਬੇਤਾਜ ਬਾਦਸ਼ਾਹ ਵਾ। ਉਹ ਜਦੋਂ ਸਾਰੇ ਮੈਂਬਰਾਂ ਨੂੰ ਪਤਾ ਲੱਗਦਾ ਵਾ ਕਿ ਸਾਡੇ ਇਸ ਤਰ੍ਹਾਂ ਉੱਥੋਂ ਆਗੂ ਫੜੇ ਆ, ਉੱਥੋਂ ਕੂਚ ਕਰਦੇ ਆ ਅਜਨਾਲੇ ਵੱਲ, ਤੇ ਇੱਕ ਸੰਦੇਸ਼ ਜਾਰੀ ਕਰ ਦਿੰਦੇ ਆ ਕਿ ਜਿਹੜਾ ਵੀ ਸਿੱਖ ਫੌਜ ਵਿੱਚ ਭਰਤੀ ਆ ਉਹ ਬਗਾਵਤ ਕਰਦੇ ਨੇ ਉੱਥੇ। ਸੋ ਇਸ ਚੀਜ਼ ਤੋਂ ਸਰਕਾਰ ਬੜੀ ਘਬਰਾ ਵੀ, ਜੇ ਸੱਚੀ ਮੁੱਚੀ ਬਗਾਵਤ ਹੋ ਗਈ ਸਾਡਾ ਕੀ ਬਣੂਗਾ। ਉਹਨਾਂ ਨੇ ਬਾਬਾ ਖੜਕ ਸਿੰਘ ਨੂੰ ਵੀ ਫੜ ਲਿਆ ਤੇ ਹੋਰ ਜਿਹੜੇ ਆਗੂ ਸੀ ਨਾਲ ਉਹ ਵੀ ਸਾਰੇ ਗ੍ਰਿਫਤਾਰ ਕਰ ਲਏ ਗਏ। ਇਸ ਤੋਂ ਬਾਅਦ 4 ਦਸੰਬਰ ਨੂੰ ਸਿੱਖਾਂ ਵੱਲੋਂ ਇੱਕ ਵਿਰੋਧ ਦਿਨ ਮਨਾਇਆ ਜਾਂਦਾ ਵਾ, ਤੇ ਸਾਰੇ ਪੰਜਾਬ ਦੇ ਵਿੱਚ ਹੀ ਗੋਰਿਆਂ ਦਾ ਵਿਰੋਧ ਕੀਤਾ ਜਾਂਦਾ ਥਾਵਾਂ ਤੇ। ਤੇ ਇੱਕ ਪ੍ਰਸਤਾਵ ਜਾਰੀ ਕੀਤਾ ਗਿਆ ਵੀ ਜਦੋਂ ਤੱਕ ਬਾਬਾ ਖੜਕ ਸਿੰਘ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਉਦੋਂ ਤੱਕ ਗੋਰਿਆਂ ਨੇ ਕੋਈ ਗੱਲਬਾਤ ਨਹੀਂ ਕੀਤੀ ਜਾਊਗੀ ਚਾਬੀਆਂ ਬਾਰੇ। ਉਧਰੋਂ ਪ੍ਰਿੰਸ ਆਫ ਵੇਲਜ਼ ਦੇ ਆਉਣ ਦਾ ਸਮਾਂ ਸੀ, ਤੇ ਗੋਰਿਆਂ ਨੂੰ ਡਰ ਸੀ ਵੀ ਉਹਦੇ ਸਾਹਮਣੇ ਸਾਡੀ ਬੇਇੱਜ਼ਤੀ ਨਾ ਹੋ ਜਾਏ, ਵੀ ਤੁਸੀਂ ਲਾਅ ਐਂਡ ਆਰਡਰ ਸਿਚੁਏਸ਼ਨ ਤੁਹਾਡੀ ਕਾਇਮ ਨਹੀਂ ਹੈਗੀ ਪੰਜਾਬ ਦੇ ਵਿੱਚ। ਸੋ ਗੋਰਿਆਂ ਨੇ ਇਸ ਡਰ ਤੋਂ ਆਪਣਾ ਫੈਸਲਾ ਕੀਤਾ ਵੀ ਚਾਬੀਆਂ ਸੌਂਪ ਦਿੱਤੀਆਂ ਜਾਣ, ਤੇ ਸਿੱਖਾਂ ਨੂੰ ਕਿਹਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਵਾ, ਉਦੋਂ ਤੁਹਾਨੂੰ ਚਾਬੀਆਂ ਦੇ ਦਾਂਗੇ। ਸਿੱਖਾਂ ਨੇ ਫਿਰ ਆਪਣੀ ਮੰਗ ਰੱਖੀ ਵੀ ਜਦੋਂ ਤੱਕ ਸਾਰੇ ਕੈਦੀ ਬਿਨਾਂ ਸ਼ਰਤ ਤੋਂ ਛੱਡੇ ਨਹੀਂ ਜਾਂਦੇ ਅਸੀਂ ਚਾਬੀਆਂ ਨਹੀਂ ਲੈਣੀਆਂ। ਉਸ ਤੋਂ ਬਾਅਦ ਗੋਰਿਆਂ ਨੇ ਇਹ ਵੀ ਗੱਲ ਮੰਨਣੀ ਪਈ। 11 ਜਨਵਰੀ ਨੂੰ ਸਾਰੇ ਕੈਦੀਆਂ ਦੀ ਰਿਹਾਈ ਦੇ ਹੁਕਮ ਜਾਰੀ ਹੁੰਦੇ ਆ, ਤੇ ਫਿਰ ਜਦੋਂ ਚਾਬੀਆਂ ਦੀ ਗੱਲ ਚੱਲੀ ਤੇ ਗੋਰਿਆਂ ਨੇ ਕਿਹਾ ਵੀ ਤੁਸੀਂ ਚਾਬੀਆਂ ਆ ਕੇ ਸਾਡੇ ਤੋਂ ਲੈ ਜਾਓ। ਪਰ ਬਾਬਾ ਖੜਕ ਸਿੰਘ ਉਸ ਟਾਈਮ ਦੇ ਸਾਡੇ ਸੂਝਵਾਨ ਤੇ ਨਿਡਰ ਲੀਡਰ, ਉਹਨਾਂ ਨੇ ਫੈਸਲਾ ਕੀਤਾ ਵੀ ਚਾਬੀਆਂ ਅਸੀਂ ਨਹੀਂ ਲੈਣੀਆਂ, ਚਾਬੀਆਂ ਤੁਸੀਂ ਸਾਨੂੰ ਦੇਣਾ ਹੋ, ਕਿਉਂਕਿ ਚਾਬੀਆਂ ਸਾਡੇ ਤੋਂ ਖੋਹ ਕੇ ਲੈ ਗਏ ਜੇ। ਸੋ ਗੋਰਿਆਂ ਨੂੰ ਇਹ ਵੀ ਗੱਲ ਉੱਥੇ ਵੀ ਝੁਕਣਾ ਪਿਆ। ਅਖੀਰ ਨੂੰ 19 ਜਨਵਰੀ ਦੇ ਵਿੱਚ ਗੋਰਿਆਂ ਦਾ ਇੱਕ ਬੰਦਾ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੁੰਦਾ ਵਾ। ਉੱਥੇ ਇੱਕ ਸਜੇ ਦੀਵਾਨ ਦੇ ਵਿੱਚ ਬਾਬਾ ਖੜਕ ਸਿੰਘ ਨੂੰ ਚਾਬੀਆਂ ਸੌਂਪਦਾ ਵਾ। ਇਸ ਦੇ ਨਾਲ ਹੀ ਚਾਬੀਆਂ ਦੇ ਮੋਰਚੇ ਦੀ ਫਤਿਹ ਹੁੰਦੀ ਆ ਤੇ ਸਿੱਖਾਂ ਦੀ ਜਿੱਤ ਹੁੰਦੀ ਆ। ਤੇ ਇਹ ਸਾਰੀ ਘਟਨਾਕ੍ਰਮ ਉੱਤੇ ਗਾਂਧੀ ਦਾ ਵੀ ਇੱਕ ਬਿਆਨ ਆਇਆ ਸੀ। ਉਹਨੇ ਕਿਹਾ ਸੀ ਵੀ ਇਹ ਜਿਹੜੇ ਮੋਰਚੇ ਦੀ ਜਿੱਤ ਆ, ਇਹ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਆ, ਤੇ ਇਸ ਤੋਂ ਸਾਬਿਤ ਹੁੰਦਾ ਵਾ ਕਿ ਸਿੱਖ ਕੌਮ ਸੁਚੇਤ ਆ ਤੇ ਆਪਣੇ ਹੱਕ ਲੈਣਾ ਚਾਹੁੰਦੀ ਆ। ਇਹ ਸਿਰਫ ਇੱਕ ਘਟਨਾ ਸੀ 100 ਸਾਲ ਦੇ ਇਤਿਹਾਸ ਦੇ ਵਿੱਚ। ਗੋਰਿਆਂ ਨੇ 100 ਸਾਲ ਰਾਜ ਕੀਤਾ ਸਾਡੇ ਪੰਜਾਬ ਉੱਤੇ। ਸੋ ਇਹੋ ਜਿਹੇ ਅਨੇਕਾਂ ਹੀ ਹੋਰ ਘਟਨਾਵਾਂ ਵਾ ਜਿਹਦੇ ਵਿੱਚ ਇਹਨਾਂ ਨੇ ਸਾਡੇ ਲੋਕਾਂ ਤੇ ਜ਼ੁਲਮ ਕੀਤਾ, ਸਾਡੇ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ। ਕਿਹੜੇ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦਾ ਰਾਜ ਚੰਗਾ ਵਾ। ਜਲਿਆਂਵਾਲੇ ਬਾਗ ਦੀ ਅੱਜ ਤੱਕ ਇਹਨਾਂ ਨੇ ਮਾਫੀ ਨਹੀਂ ਮੰਗੀ। ਕੁਈਨ ਐਲਿਜ਼ਾਬੈਥ ਜਿਹੜੀ ਹੋਣੇ ਆ ਉਹ ਜ਼ਰੂਰ ਆਈ ਸੀ ਜਲਿਆਂਵਾਲੇ ਬਾਗ 'ਚ, ਉੱਥੇ ਚੁੱਪ ਰਹਿ ਕੇ ਮੌਨ ਧਾਰ ਕੇ ਚਲ ਗਈ ਵਾਪਸ, ਪਰ ਮਾਫੀ ਇਹਨਾਂ ਨੇ ਅੱਜ ਤੱਕ ਨਹੀਂ ਮੰਗੀ। ਜੇ ਗੋਰਿਆਂ ਦਾ ਰਾਜ ਇੰਨਾ ਹੀ ਚੰਗਾ ਸੀ ਤੇ ਕੀ ਲੋੜ ਸੀ ਸਾਡੇ ਗਦਰੀ ਬਾਬਿਆਂ ਨੂੰ ਬਗਾਵਤ ਕਰਨ ਦੀ? ਕੀ ਲੋੜ ਸੀ ਸਾਡੇ ਇੰਨੇ ਸਿੱਖਾਂ ਨੂੰ ਫਾਂਸੀ ਚੜ੍ਹਨ ਦੀ? ਕੀ ਲੋੜ ਸੀ ਇੰਨੇ ਸਿੱਖਾਂ ਨੂੰ ਕਾਲੇ ਪਾਣੀ ਦੀ ਸਜ਼ਾ ਲੈਣ ਦੀ? ਕੂਕਿਆਂ ਨਾਲ ਇਹਨਾਂ ਨੇ ਕੀ ਕੀਤਾ? ਕੂਕਿਆਂ ਨੂੰ ਤੋਪਾਂ ਨਾਲ ਬੰਨ ਕੇ ਡਾਲਤਾ, ਸਾਡੇ ਨਿਸ਼ਾਨ ਸਾਹਿਬ ਗੁਰਦੁਆਰੇ ਦੇ ਲਵਾਤੇ, ਸਾਡੇ ਧਾਰਮਿਕ ਜਗਤ ਵਿੱਚ ਘੁਸਪੈਠ ਕਰਕੇ ਸਾਡੇ ਸਾਹਿਤ ਵਿੱਚ ਇਹਨਾਂ ਨੇ ਮਿਲਾਵਟ ਕੀਤੀ। ਨਿਹੰਗ ਸਿੰਘਾਂ ਨੂੰ ਇਹਨਾਂ ਨੇ ਕਿੰਨਾ ਚਿਰ ਗੋਲੀ ਦਾ ਆਰਡਰ ਰਿਹਾ, ਸ਼ੂਟ ਐਟ ਸਾਈਟ ਦਾ ਆਰਡਰ ਰਿਹਾ ਵਾ। ਉਸ ਤੋਂ ਬਾਅਦ ਇਹਨਾਂ ਨੇ ਸਾਡਾ ਪਰੰਪਰਾਵਾਂ ਬਦਲੀਆਂ। ਛੋਟੀਆਂ ਕਿਰਪਾਨਾਂ ਜਿਹੜੀ ਖੁੰਡੀਆਂ ਕਿਰਪਾਨਾਂ ਅੱਜ ਕੱਲ੍ਹ ਪਾਉਂਦੇ ਆ, ਕਿਉਂਕਿ ਸਿੱਖ ਪਹਿਲਾਂ ਵੱਡੀਆਂ 3 ਫੁੱਟੀ ਤੱਕ ਲੰਬੀਆਂ ਕਿਰਪਾਨਾਂ ਪਾਉਂਦੇ ਸੀ, ਇਹਨਾਂ ਨੇ ਕਿਹਾ ਵੀ ਛੋਟੀਆਂ ਕਿਰਪਾਨਾਂ ਪਾਓ। ਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨਾਲ ਇਹਨਾਂ ਨੇ ਕੀ ਕੀਤਾ? ਉਸ ਫੌਜ ਨੂੰ ਆਪਾਂ ਇਹਦੇ ਸੁਣਦੇ ਹਾਂ ਕਿ ਸਿੱਖਾਂ ਨੇ ਬ੍ਰਿਟਿਸ਼ ਫੌਜ ਵਿੱਚ ਜਾ ਕੇ ਵਰਲਡ ਵਾਰ 1 ਤੇ ਵਰਲਡ ਵਾਰ 2 'ਚ ਬੜੀਆਂ ਕੁਰਬਾਨੀਆਂ ਕੀਤੀਆਂ, ਪਰ ਕਿਹਨੂੰ ਪਤਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਜਿਹੜੀ ਕੈਦ ਹੋ ਗਈ ਸੀ, ਜਿਹੜੀ ਫੜੀ ਗਈ ਸੀ, ਉਹਨਾਂ ਨੇ ਕੀ ਕੁਛ ਕੀਤਾ, ਇਹਨਾਂ ਨੇ ਕਿੰਨੇ ਜ਼ੁਲਮ ਕੀਤੇ। ਸਾਡੇ ਹਰਿਮੰਦਰ ਸਾਹਿਬ ਨੂੰ ਢਾਹ ਕੇ ਉੱਥੇ ਚਰਚ ਬਣਾਉਣ ਦੀ ਕੋਸ਼ਿਸ਼ ਕੀਤੀ। ਸਾਡਾ ਐਜੂਕੇਸ਼ਨ ਸਿਸਟਮ ਸਾਰਾ ਤਬਾਹ ਕਰਕੇ ਇੱਕ ਆਪਣਾ ਐਜੂਕੇਸ਼ਨ ਸਿਸਟਮ ਚਲਾਤਾ ਜਿਹੜਾ ਨਿਕੰਮਾ ਐਜੂਕੇਸ਼ਨ ਸਿਸਟਮ, ਜਿਹਦਾ ਕੋਈ ਸਾਨੂੰ ਫਾਇਦਾ ਕੋਈ ਨਹੀਂ। ਸਾਡੇ ਧਾਰਮਿਕ ਤੌਰ ਤੇ ਇਹਨਾਂ ਨੁਕਸਾਨ ਕੀਤਾ, ਰਾਜਸੀ ਤੌਰ ਤੇ ਇਹਨਾਂ ਨੁਕਸਾਨ ਕੀਤਾ। ਕਿਹੜੇ ਆਧਾਰ ਨਾਲ ਅਸੀਂ ਕਹਿ ਸਕਦੇ ਇਹਨਾਂ ਦਾ ਰਾਜ ਚੰਗਾ ਸੀ? ਸੋ ਇਹ ਸਾਰੀਆਂ ਗੱਲਾਂ ਉਸੇ ਪਰਿਵਾਰ ਨੇ ਕੀਤੀਆਂ ਵਾ ਜਿਹੜਾ ਪਰਿਵਾਰ ਅੱਜ ਇੰਗਲੈਂਡ ਬੈਠਾ ਵਾ। ਉਸੇ ਪਰਿਵਾਰ ਦਾ ਰਾਜ ਸੀ ਤੇ ਉਸੇ ਪਰਿਵਾਰ ਦਾ ਰਾਜ ਸੀ ਸਾਡੇ ਦੇਸ਼ ਦੇ ਵਿੱਚ, ਤੇ ਅੱਜ ਵੀ ਉਹ ਪਰਿਵਾਰ ਇੰਗਲੈਂਡ ਦੇ ਰਾਜ ਕਰਨ ਦਿਆ ਵਾ। ਸੋ ਇਹ ਸਾਰੀ ਗੱਲਾਂ ਅਸੀਂ ਵੀਡੀਓਜ਼ ਬਣਾ ਕੇ ਵਾਰੀ-ਵਾਰੀ ਕੱਢਾਂਗੇ ਤੇ ਕਰਤੂਤਾਂ ਇਹਨਾਂ ਦੱਸਾਂਗੇ ਵਾਰੀ-ਵਾਰੀ। ਤੇ ਅੱਜ ਤੱਕ ਇਹਨਾਂ ਨੇ ਇੱਕ ਵੀ ਕਿਸੇ ਗੱਲ ਦੀ ਆਪਣੀ ਮਾਫੀ ਨਹੀਂ ਮੰਗੀ। ਜਿੰਨੇ ਇਹਨਾਂ ਨੇ ਜ਼ੁਲਮ ਕੀਤੇ ਆ, ਜਿੰਨੇ ਸਾਡੇ ਦੇਸ਼ ਨੂੰ ਲੁੱਟਿਆ ਵਾ, ਕਿਸੇ ਵੀ ਇਹਨਾਂ ਦਾ ਕੋਈ ਪਛਤਾਵਾ ਨਹੀਂ ਪ੍ਰਗਟਾਇਆ। ਮਾਫੀ ਉਹ ਹੁੰਦੀ ਆ ਜਿਹੜੀ ਇੱਕ ਪਾਰਲੀਮੈਂਟ ਦੇ ਵਿੱਚ ਆਫੀਸ਼ੀਅਲੀ ਤੌਰ ਤੇ ਮੰਗਣ। ਸਿਰਫ ਤੇ ਸਿਰਫ ਇੱਕ ਗੱਲ ਦੀ ਮਾਫੀ ਮੰਗੀ ਗਈ ਆ, ਜਿਹੜੀ ਕਾਮਾਗਾਟਾ ਮਾਰੂ ਇੰਸੀਡੈਂਟ ਸੀ, ਉਹ ਵੀ ਜਸਟਿਨ ਟਰੂਡੋ ਨੇ ਮੰਗੀ ਆ। ਪਰ ਉਹ ਅਸੀਂ ਤਾਂ ਇਹਨੂੰ ਮੰਨਦੇ ਕਿ ਜਿਹੜੀ ਕੈਨੇਡਾ ਵਾ ਉਹ ਕਾਮਨਵੈਲਥ ਵਿੱਚ ਆਉਂਦਾ ਵਾ ਤੇ ਸਿੱਧੇ ਤੌਰ ਤੇ ਰਾਣੀ ਥੱਲੇ ਆਉਂਦਾ ਉਹ ਵੀ। ਸੋ ਇੱਕ ਸਿਰਫ ਕਾਮਾਗਾਟਾ ਮਾਰੂ ਇੰਸੀਡੈਂਟ ਦੀ ਮਾਫੀ ਮੰਗੀ ਗਈ, ਉਹ ਵੀ ਤਾਂ ਕਰਕੇ ਕਿ ਉਹ ਕੈਨੇਡਾ ਦੇ ਸ਼ੋਰਸ ਤੇ ਹੋਇਆ ਸੀ। ਪਰ ਸਾਡੇ ਦੇਸ਼ ਦੇ ਵਿੱਚ ਜੋ ਕੁਛ ਹੋਇਆ ਅੱਜ ਤੱਕ ਇਹਨਾਂ ਨੇ ਕਦੀ ਮਾਫੀ ਨਹੀਂ ਮੰਗੀ।